25 ਦਸੰਬਰ 1945 ਕ੍ਰਿਸਮਸ ਦੀ ਰਾਤ ਇੱਕ ਪਰਿਵਾਰ ਆਪਣੇ ਘਰ ਵਿੱਚ ਖੁਸ਼ੀਆਂ ਮਨਾ ਰਿਹਾ ਸੀ। ਪਰ ਸਿਰਫ ਕੁਝ ਘੰਟਿਆਂ ਬਾਅਦ ਉਹੀ ਘਰ ਅੱਗ ਦੀਆਂ ਲਪਟਾਂ ਵਿੱਚ ਗਿਰ ਗਿਆ। ਸਵੇਰ ਹੋਈ ਤਾਂ 5 ਬੱਚੇ ਗਾਇਬ ਸਨ। ਨਾ ਉਹਨਾਂ ਦੀਆਂ ਲਾਸ਼ਾਂ ਮਿਲੀਆਂ, ਨਾ ਉਹ ਕਦੇ ਵਾਪਸ ਘਰ ਆਏ। ਸਵਾਲ ਅੱਜ ਵੀ ਉਹੀ ਹੈ ਕਿ ਉਹ ਅੱਗ ਵਿੱਚ ਸੜ ਗਏ ਜਾਂ ਕਿਸੇ ਨੇ ਉਹਨਾਂ ਨੂੰ ਉਸ ਰਾਤ ਚੁਰਾ ਲਿਆ। ਇਹ ਹੈ ਅਮਰੀਕਾ ਦੇ ਸਭ ਤੋਂ ਵੱਡੇ ਅਣਸੁਲਝੇ ਰਹੱਸਾਂ ਵਿੱਚੋਂ ਇੱਕ। ਸਾਲ ਸੀ 1945। ਅਮਰੀਕਾ ਦੇ ਵੈਸਟ ਵਰਜੀਨੀਆ ਰਾਜ ਦਾ ਇੱਕ ਛੋਟਾ ਜਿਹਾ ਕਸਬਾ ਫੇਟਵਿਲ। ਇੱਥੇ ਰਹਿੰਦਾ ਸੀ ਇੱਕ ਵੱਡਾ ਪਰਿਵਾਰ। ਜਾਰਜ ਸੋਡਰ, ਉਸ ਦੀ ਪਤਨੀ ਜੇਨੀ ਸੋਡਰ ਅਤੇ ਉਹਨਾਂ ਦੇ 10 ਬੱਚੇ। ਜਾਰਜ ਇਟਲੀ ਤੋਂ ਅਮਰੀਕਾ ਆਇਆ ਸੀ। ਉਸਨੇ ਮਿਹਨਤ ਕਰਕੇ ਆਪਣਾ ਟਰੱਕਿੰਗ ਦਾ ਕਾਰੋਬਾਰ ਖੜਾ ਕੀਤਾ। ਲੋਕ ਉਸ ਨੂੰ ਇਮਾਨਦਾਰ ਅਤੇ ਮਿਹਨਤੀ ਆਦਮੀ ਮੰਨਦੇ ਸਨ। ਘਰ ਵਿੱਚ ਹਮੇਸ਼ਾ ਰੌਣਕ ਰਹਿੰਦੀ ਸੀ। ਬੱਚਿਆਂ ਦੀਆਂ ਹੱਸਣ ਦੀਆਂ ਆਵਾਜ਼ਾਂ, ਰਸੋਈ ਵਿੱਚ ਖਾਣੇ ਦੀ ਖੁਸ਼ਬੂ ਅਤੇ ਹਰ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਸੀ। 24 ਦਸੰਬਰ ਕ੍ਰਿਸਮਸ ਈਵ। ਘਰ ਰੌਸ਼ਨੀਆਂ ਨਾਲ ਸਜਿਆ ਹੋਇਆ ਸੀ। ਬੱਚੇ ਆਪਣੇ ਤੋਹਫੇ ਖੋਲ੍ਹ ਰਹੇ ਸਨ। ਮੰਮੀ ਵੇਖੋ, ਮੈਨੂੰ ਨਵਾਂ ਖਿਡੌਣਾ ਮਿਲਿਆ। ਡੈਡੀ, ਕੀ ਅਸੀਂ ਹੋਰ ਥੋੜ੍ਹੀ ਦੇਰ ਜਾਗ ਸਕਦੇ ਹਾਂ? ਜੈਨੀ ਹੱਸ ਪਈ। ਠੀਕ ਹੈ, ਪਰ ਬਹੁਤ ਦੇਰ ਨਹੀਂ। ਕੱਲ੍ਹ ਸਵੇਰੇ ਜਲਦੀ ਉੱਠਣਾ ਹੈ। ਰਾਤ ਕਰੀਬ 10 ਵਜੇ। ਵੱਡੇ ਬੱਚੇ ਸੌਣ ਚਲੇ ਗਏ, ਪਰ 5 ਛੋਟੇ ਬੱਚਿਆਂ ਨੇ ਬੇਨਤੀ ਕੀਤੀ ਕਿ ਉਹ ਕੁਝ ਹੋਰ ਦੇਰ ਜਾਗਣਾ ਚਾਹੁੰਦੇ ਹਨ। ਜੈਨੀ ਨੇ ਮੁਸਕਰਾ ਕੇ ਕਿਹਾ, ਚੰਗਾ, ਪਰ ਘਰ ਸਾਫ਼ ਕਰ ਦੇਣਾ, ਫਿਰ ਸੌ ਜਾਣਾ। ਕਿਸੇ ਨੂੰ ਕੀ ਪਤਾ ਸੀ ਇਹ ਉਹਨਾਂ ਦੀ ਆਖਰੀ ਗੱਲਬਾਤ ਹੋਵੇਗੀ। ਅੱਧੀ ਰਾਤ ਤੋਂ ਕੁਝ ਦੇਰ ਬਾਅਦ ਘਰ ਦਾ ਟੈਲੀਫੋਨ ਵੱਜਿਆ। ਜੈਨੀ ਨੀਂਦ ਵਿੱਚ ਉੱਠੀ। ਹੈਲੋ। ਦੂਜੇ ਪਾਸੇ ਇੱਕ ਔਰਤ ਸੀ। ਉਹ ਕਿਸੇ ਅਣਜਾਣੇ ਨਾਮ ਬਾਰੇ ਪੁੱਛ ਰਹੀ ਸੀ। ਪਿੱਛੇ ਤੋਂ ਲੋਕਾਂ ਦੇ ਹੱਸਣ ਅਤੇ ਗਲਾਸਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਜਿਵੇਂ ਕੋਈ ਪਾਰਟੀ ਚੱਲ ਰਹੀ ਹੋਵੇ। ਜੈਨੀ ਨੇ ਕਿਹਾ, ਤੁਸੀਂ ਗਲਤ ਨੰਬਰ ਮਿਲਾਇਆ ਹੈ। ਫੋਨ ਕੱਟ ਗਿਆ। ਉਸਨੇ ਸੋਚਿਆ ਸ਼ਾਇਦ ਕਿਸੇ ਦੀ ਗਲਤੀ ਹੋਵੇਗੀ। ਉਹ ਮੁੜ ਸੌਣ ਚਲੀ ਗਈ। ਪਰ ਇਹ ਸਿਰਫ ਸ਼ੁਰੂਆਤ ਸੀ। ਕੁਝ ਸਮੇਂ ਬਾਅਦ ਜੈਨੀ ਦੀ ਅਚਾਨਕ ਅੱਖ ਖੁੱਲੀ। ਉਸਨੂੰ ਲੱਗਾ ਜਿਵੇਂ ਛੱਤ ਤੇ ਕੋਈ ਚੀਜ਼ ਜ਼ੋਰ ਨਾਲ ਡਿੱਗੀ ਹੋਵੇ। ਉਹ ਕੁਝ ਪਲ ਸੁਣਦੀ ਰਹੀ, ਫਿਰ ਸਭ ਕੁਝ ਚੁੱਪ ਹੋ ਗਿਆ। ਉਸਨੇ ਸੋਚਿਆ ਸ਼ਾਇਦ ਬਾਹਰ ਕੋਈ ਟਾਹਣੀ ਡਿੱਗੀ ਹੋਵੇ ਅਤੇ ਮੁੜ ਸੌਣ ਦੀ ਕੋਸ਼ਿਸ਼ ਕੀਤੀ। ਪਰ ਉਸਨੂੰ ਇਹ ਨਹੀਂ ਪਤਾ ਸੀ ਕੁਝ ਹੀ ਮਿੰਟਾਂ ਵਿੱਚ ਉਸਦੀ ਦੁਨੀਆ ਬਦਲਣ ਵਾਲੀ ਸੀ। ਕਰੀਬ 1 ਵਜੇ ਜੈਨੀ ਨੂੰ ਇੱਕ ਅਜੀਬ ਜਿਹੀ ਗੰਧ ਆਈ। ਉਸਨੇ ਅੱਖਾਂ ਖੋਲ੍ਹੀਆਂ। ਦਰਵਾਜ਼ੇ ਹੇਠਾਂ ਤੋਂ ਧੂੰਆਂ ਅੰਦਰ ਆ ਰਿਹਾ ਸੀ। ਜਾਰਜ, ਉੱਠੋ। ਜਾਰਜ ਇੱਕਦਮ ਉੱਠ ਕੇ ਬੈਠ ਗਿਆ। ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਜੰਮ ਗਿਆ। ਘਰ ਦੇ ਇੱਕ ਹਿੱਸੇ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸਾਰੇ ਬੱਚਿਆਂ ਨੂੰ ਜਗਾਓ। ਘਰ ਵਿੱਚ ਹਰਕੰਪ ਮਚ ਗਿਆ। ਕੋਈ ਸੀੜੀਆਂ ਵੱਲ ਦੌੜ ਰਿਹਾ ਸੀ, ਕੋਈ ਖਿੜਕੀਆਂ ਖੋਲ੍ਹ ਰਿਹਾ ਸੀ। ਹਰ ਪਾਸੇ ਧੂੰਆਂ ਹੀ ਧੂੰਆਂ ਸੀ। ਜਾਰਜ ਨੇ ਜਿੰਨੇ ਬੱਚਿਆਂ ਨੂੰ ਬਚਾ ਸਕਿਆ ਉਹਨਾਂ ਨੂੰ ਬਾਹਰ ਕੱਢ ਲਿਆ। ਪਰ ਅਚਾਨਕ ਉਸ ਨੂੰ ਅਹਿਸਾਸ ਹੋਇਆ 5 ਬੱਚੇ ਹਾਲੇ ਵੀ ਉੱਪਰ ਵਾਲੀਆਂ ਕੋਠੜੀਆਂ ਵਿੱਚ ਸਨ। ਉਹ ਚੀਖਿਆ, ਬੱਚਿਓ, ਆਵਾਜ਼ ਦਿਓ। ਪਰ ਉੱਪਰੋਂ ਕੋਈ ਜਵਾਬ ਨਹੀਂ ਆਇਆ, ਸਿਰਫ ਅੱਗ ਦੀਆਂ ਲਪਟਾਂ ਦੀ ਗੂੰਜ। ਅੱਗ ਹੁਣ ਬੇਕਾਬੂ ਹੋ ਚੁੱਕੀ ਸੀ। ਜਾਰਜ ਸੋਡਰ ਘਰ ਦੇ ਬਾਹਰ ਖੜਾ ਸੀ। ਉਸ ਦੀਆਂ ਅੱਖਾਂ ਸਾਹਮਣੇ ਉਸ ਦਾ ਆਪਣਾ ਘਰ ਸੜ ਰਿਹਾ ਸੀ। ਪਰ ਉਸ ਦੇ ਮਨ ਵਿੱਚ ਸਿਰਫ ਇੱਕ ਹੀ ਗੱਲ ਸੀ, ਮੇਰੇ 5 ਬੱਚੇ ਅਜੇ ਵੀ ਅੰਦਰ ਹਨ। ਉਸਨੇ ਬਿਨਾਂ ਇੱਕ ਪਲ ਗਵਾਏ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਕਦਮ ਅੱਗੇ ਵੱਧਦੇ ਹੀ ਉਸ ਨੂੰ ਪਿੱਛੇ ਹਟਣਾ ਪਿਆ। ਧੂਏ ਨੇ ਸਾਹ ਲੈਣਾ ਵੀ ਮੁਸ਼ਕਿਲ ਕਰ ਦਿੱਤਾ ਸੀ। ਉਸਨੇ ਸੋਚਿਆ, ਮੈਂ ਉੱਪਰ ਵਾਲੀ ਖਿੜਕੀ ਤੱਕ ਪਹੁੰਚ ਜਾਂਦਾ ਹਾਂ। ਆਮ ਤੌਰ ਤੇ ਇੱਕ ਲੰਬੀ ਲੋਹੇ ਦੀ ਸੀੜੀ ਘਰ ਦੇ ਨਾਲ ਹੀ ਰੱਖੀ ਰਹਿੰਦੀ ਸੀ। ਪਰ ਜਦੋਂ ਉਹ ਉਸ ਨੂੰ ਲੈਣ ਗਿਆ, ਸੀੜੀ ਉੱਥੇ ਸੀ ਹੀ ਨਹੀਂ। ਜਾਰਜ ਹੈਰਾਨ ਰਹਿ ਗਿਆ, ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਇਸ ਨੂੰ ਇੱਥੇ ਹੀ ਛੱਡਿਆ ਸੀ। ਹੁਣ ਹਰ ਸੈਕਿੰਡ ਕੀਮਤੀ ਸੀ। ਉਸਨੇ ਦੂਜਾ ਤਰੀਕਾ ਸੋਚਿਆ। ਘਰ ਦੇ ਕੋਲ ਉਸਦੇ 2 ਵੱਡੇ ਟਰੱਕ ਖੜੇ ਸਨ। ਉਹ ਹਰ ਰੋਜ਼ ਉਹਨਾਂ ਨੂੰ ਕੰਮ ਲਈ ਵਰਤਦਾ ਸੀ। ਉਸਦੀ ਯੋਜਨਾ ਸੀ ਕਿ ਟਰੱਕ ਨੂੰ ਘਰ ਦੇ ਕੋਲ ਲਿਆ ਕੇ ਉਸਦੀ ਛੱਤ ਤੇ ਚੜ੍ਹੇ ਅਤੇ ਉੱਪਰਲੀ ਖਿੜਕੀ ਤੱਕ ਪਹੁੰਚ ਜਾਵੇ। ਉਹ ਪਹਿਲੇ ਟਰੱਕ ਵਿੱਚ ਬੈਠਿਆ, ਚਾਬੀ ਘੁਮਾਈ, ਕੁਝ ਨਹੀਂ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਵੀ ਇੰਜਨ ਚਾਲੂ ਨਾ ਹੋਇਆ। ਜਾਰਜ ਦੂਜੇ ਟਰੱਕ ਵੱਲ ਭੱਜਿਆ। ਉਹ ਵੀ ਸਟਾਰਟ ਨਹੀਂ ਹੋਇਆ। ਇਹ ਉਹੀ ਟਰੱਕ ਸਨ ਜੋ ਕੁਝ ਘੰਟੇ ਪਹਿਲਾਂ ਤੱਕ ਬਿਲਕੁਲ ਠੀਕ ਚੱਲ ਰਹੇ ਸਨ। ਉਸ ਸਮੇਂ ਕਿਸੇ ਨੂੰ ਸਮਝ ਨਹੀਂ ਆਈ ਕਿ ਅਚਾਨਕ ਦੋਵੇਂ ਇਕੱਠੇ ਕਿਵੇਂ ਖਰਾਬ ਹੋ ਸਕਦੇ ਹਨ। ਉਧਰ ਘਰ ਦੀਆਂ ਲਪਟਾਂ ਹੋਰ ਤੇਜ਼ ਹੋ ਰਹੀਆਂ ਸਨ। ਜੇਨੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਚੁੱਕੀਆਂ ਸਨ। ਉਹ ਵਾਰ-ਵਾਰ ਚੀਖ ਰਹੀ ਸੀ, ਮੇਰੇ ਬੱਚੇ, ਕੋਈ ਉਹਨਾਂ ਨੂੰ ਬਚਾਓ। ਗੁਆਂਢੀ ਵੀ ਦੌੜਦੇ ਹੋਏ ਆ ਗਏ। ਕਿਸੇ ਨੇ ਕੰਬਲ ਲਿਆਏ, ਕਿਸੇ ਨੇ ਪਾਣੀ ਨਾਲ ਅੱਗ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਲੱਕੜ ਦਾ ਬਣਿਆ ਘਰ ਸੀ। ਅੱਗ ਨੇ ਕੁਝ ਹੀ ਮਿੰਟਾਂ ਵਿੱਚ
ਲਗਭਗ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹੁਣ ਸਾਰਿਆਂ ਨੂੰ ਉਮੀਦ ਸੀ ਕਿ ਫਾਇਰ ਬ੍ਰਿਗੇਡ ਕਿਸੇ ਵੀ ਵੇਲੇ ਪਹੁੰਚ ਜਾਵੇਗੀ, ਪਰ ਕੋਈ ਨਹੀਂ ਆਇਆ। ਉਸ ਸਮੇਂ ਫੋਨ ਰਾਹੀਂ ਫਾਇਰ ਡਿਪਾਰਟਮੈਂਟ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ ਸੀ। ਗੁਆਂਢੀ ਨੇ ਨੇੜਲੇ ਸ਼ਹਿਰ ਵਿੱਚ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਮਦਦ ਪਹੁੰਚਣ ਵਿੱਚ ਬਹੁਤ ਦੇਰ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਸਵੇਰੇ ਮੌਕੇ ਤੇ ਪਹੁੰਚੀ, ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ। ਘਰ ਹੁਣ ਸਿਰਫ ਸਵਾਹ ਦਾ ਢੇਰ ਸੀ। ਜਾਂਚ ਸ਼ੁਰੂ ਹੋਈ। ਅਧਿਕਾਰੀਆਂ ਨੇ ਮਲਬੇ ਦੀ ਜਾਂਚ ਕੀਤੀ। ਉਹਨਾਂ ਦਾ ਨਤੀਜਾ ਸੀ ਕਿ ਅੱਗ ਵਿੱਚ ਫਸੇ 5 ਬੱਚਿਆਂ ਦੀ ਮੌਤ ਹੋ ਗਈ ਹੋਵੇਗੀ। ਪਰ ਜਿਵੇਂ-ਜਿਵੇਂ ਮਲਬਾ ਹਟਾਇਆ ਗਿਆ, ਇੱਕ ਅਜੀਬ ਗੱਲ ਸਾਹਮਣੇ ਆਈ। ਉਹਨਾਂ ਨੂੰ ਉਹ ਸਬੂਤ ਨਹੀਂ ਮਿਲੇ ਜਿਸ ਦੀ ਉਹਨਾਂ ਨੂੰ ਉਮੀਦ ਸੀ। ਇਹੀ ਉਹ ਪਲ ਸੀ ਜਦੋਂ ਇਹ ਹਾਦਸਾ ਇੱਕ ਰਿਹਾਸ ਵਿੱਚ ਬਦਲਣਾ ਸ਼ੁਰੂ ਹੋਇਆ। ਜਾਰਜ ਅਤੇ ਜੇਨੀ ਇੱਕੋ ਗੱਲ ਕਹਿ ਰਹੇ ਸਨ, ਨਹੀਂ, ਸਾਡੇ ਬੱਚੇ ਇੱਥੇ ਨਹੀਂ ਹਨ, ਕੁਝ ਤਾਂ ਗਲਤ ਹੈ। ਅਤੇ ਇਹ ਸਿਰਫ ਸ਼ੁਰੂਆਤ ਸੀ, ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਇੱਕ-ਇੱਕ ਕਰਕੇ ਅਜਿਹੇ ਸੁਰਾਗ ਮਿਲਣੇ ਸ਼ੁਰੂ ਹੋਏ ਜਿਨ੍ਹਾਂ ਨੇ ਪੂਰੇ ਅਮਰੀਕਾ ਨੂੰ ਹੈਰਾਨ ਕਰ ਦਿੱਤਾ। ਸਵੇਰ ਹੋ ਚੁੱਕੀ ਸੀ। ਜਿੱਥੇ ਕੁਝ ਘੰਟੇ ਪਹਿਲਾਂ ਇੱਕ ਹੱਸਦਾ ਖੇਡਦਾ ਘਰ ਸੀ, ਹੁਣ ਉੱਥੇ ਸਿਰਫ ਸੁਆਹ, ਟੁੱਟੀਆਂ ਕੰਧਾਂ ਅਤੇ ਸੜੀ ਹੋਈ ਲੱਕੜ ਪਈ ਸੀ। ਜਾਰਜ ਅਤੇ ਜੇਨੀ ਇੱਕ ਟੱਕ ਉਸ ਮਲਬੇ ਵੱਲ ਦੇਖ ਰਹੇ ਸਨ। ਉਹਨਾਂ ਦੇ ਦਿਲ ਵਿੱਚ ਇੱਕੋ ਸਵਾਲ ਸੀ ਕਿ ਸੱਚਮੁੱਚ ਸਾਡੇ ਬੱਚੇ ਇਸ ਅੱਗ ਵਿੱਚ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਮਲਬੇ ਦੀ ਜਾਂਚ ਕੀਤੀ। ਕੁਝ ਸਮੇਂ ਬਾਅਦ ਉਹਨਾਂ ਨੇ ਕਿਹਾ, ਸਾਨੂੰ ਲੱਗਦਾ ਹੈ ਕਿ ਬੱਚੇ ਅੱਗ ਵਿੱਚ ਹੀ ਮਾਰੇ ਗਏ ਸਨ। ਪਰ ਜਾਰਜ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਉਸਨੇ ਕਿਹਾ, ਜੇ ਉਹ ਸੱਚਮੁੱਚ ਅੰਦਰ ਸਨ ਤਾਂ ਕੋਈ ਨਾ ਕੋਈ ਨਿਸ਼ਾਨ ਤਾਂ ਮਿਲਣਾ ਚਾਹੀਦਾ ਸੀ। ਉਸਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆ ਰਹੀ ਸੀ। ਉਸੇ ਦਿਨ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਜਿਹੜੀ ਲੰਬੀ ਸੀੜੀ ਰਾਤ ਨੂੰ ਆਪਣੇ ਸਥਾਨ ਤੋਂ ਗਾਇਬ ਸੀ, ਉਹ ਕੁਝ ਦੂਰੀ ਤੇ ਇੱਕ ਢਲਾਣ ਦੇ ਨੇੜੇ ਮਿਲੀ। ਜਾਰਜ ਹੈਰਾਨ ਰਹਿ ਗਿਆ। ਜੇ ਇਹ ਇੱਥੇ ਹੈ ਤਾਂ ਇਸ ਨੂੰ ਇੱਥੇ ਲਿਆਇਆ ਕੌਣ? ਕਿਸੇ ਕੋਲ ਇਸ ਦਾ ਜਵਾਬ ਨਹੀਂ ਸੀ। ਪਰ ਰਹੱਸ ਇੱਥੇ ਖਤਮ ਨਹੀਂ ਹੋਇਆ। ਜਾਰਜ ਨੇ ਆਪਣੇ ਦੋਵੇਂ ਟਰੱਕਾਂ ਦੀ ਜਾਂਚ ਕਰਵਾਈ। ਮਕੈਨਿਕਾਂ ਨੇ ਦੱਸਿਆ ਕਿ ਉਹਨਾਂ ਵਿੱਚ ਕੋਈ ਅਜਿਹੀ ਖਰਾਬੀ ਨਹੀਂ ਸੀ ਜਿਸ ਕਾਰਨ ਦੋਵੇਂ ਇੱਕੋ ਸਮੇਂ ਅਚਾਨਕ ਬੰਦ ਹੋ ਜਾਣ। ਇਹ ਸੁਣ ਕੇ ਜਾਰਜ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਉਸ ਨੂੰ ਲੱਗਣ ਲੱਗਾ ਕਿ ਇਹ ਸਿਰਫ ਹਾਦਸਾ ਨਹੀਂ ਸੀ। ਕੁਝ ਦਿਨ ਬਾਅਦ ਇੱਕ ਔਰਤ ਨੇ ਪੁਲਿਸ ਨਾਲ ਸੰਪਰਕ ਕੀਤਾ। ਉਸਨੇ ਦਾਅਵਾ ਕੀਤਾ ਕਿ ਅੱਗ ਲੱਗਣ ਵਾਲੀ ਰਾਤ ਉਸਨੇ ਇੱਕ ਗੱਡੀ ਵਿੱਚ ਕੁਝ ਬੱਚੇ ਵੇਖੇ ਸਨ। ਉਸ ਨੂੰ ਲੱਗਿਆ ਸੀ ਕਿ ਉਹਨਾਂ ਵਿੱਚੋਂ ਕੁਝ ਬੱਚੇ ਸੋਡਰ ਪਰਿਵਾਰ ਦੇ ਹੋ ਸਕਦੇ ਹਨ। ਇੱਕ ਹੋਰ ਗਵਾਹ ਨੇ ਦੱਸਿਆ ਕਿ ਅੱਗ ਲੱਗਣ ਤੋਂ ਅਗਲੇ ਦਿਨ ਇੱਕ ਸੜਕ ਕਿਨਾਰੇ ਬਣੇ ਰੈਸਟੋਰੈਂਟ ਵਿੱਚ ਉਸਨੇ 5 ਬੱਚਿਆਂ ਨੂੰ 2 ਅਣਜਾਣੇ ਮਰਦਾਂ ਅਤੇ ਇੱਕ ਔਰਤ ਨਾਲ ਦੇਖਿਆ ਸੀ। ਉਸਨੇ ਕਿਹਾ, ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਮਰਦ ਮੈਨੂੰ ਤਿੱਖੀ ਨਜ਼ਰ ਨਾਲ ਦੇਖਣ ਲੱਗ ਪਏ। ਮੈਂ ਹੋਰ ਕੁਝ ਨਹੀਂ ਪੁੱਛਿਆ। ਇਹ ਗੱਲਾਂ ਕਦੇ ਪੂਰੀ ਤਰ੍ਹਾਂ ਸਾਬਤ ਨਹੀਂ ਹੋ ਸਕੀਆਂ, ਪਰ ਸੋਡਰ ਪਰਿਵਾਰ ਲਈ ਇਹ ਇੱਕ ਨਵੀਂ ਉਮੀਦ ਬਣ ਗਈਆਂ। ਜੇਨੀ ਹਰ ਰੋਜ਼ ਅਖਬਾਰਾਂ ਵਿੱਚ ਖਬਰਾਂ ਪੜ੍ਹਦੀ। ਹਰ ਫੋਨ ਕਾਲ, ਹਰ ਚਿੱਠੀ, ਹਰ ਅਣਜਾਣ ਚਿਹਰਾ ਉਸ ਨੂੰ ਇਹ ਉਮੀਦ ਦਿੰਦਾ ਕਿ ਸ਼ਾਇਦ ਉਸਦੇ ਬੱਚੇ ਕਿਤੇ ਨਾ ਕਿਤੇ ਜ਼ਿੰਦਾ ਹਨ। ਇਸ ਦੌਰਾਨ ਜਾਰਜ ਨੇ ਖੁਦ ਵੀ ਜਾਂਚ ਸ਼ੁਰੂ ਕਰ ਦਿੱਤੀ। ਉਸਨੇ ਉਸ ਰਾਤ ਦੀ ਹਰ ਘਟਨਾ ਨੂੰ ਇੱਕ-ਇੱਕ ਕਰਕੇ ਜੋੜਨਾ ਸ਼ੁਰੂ ਕੀਤਾ। ਗਲਤ ਨੰਬਰ ਵਾਲੀ ਅਜੀਬ ਫੋਨ ਕਾਲ, ਛੱਤ ਤੇ ਡਿੱਗਣ ਵਰਗੀ ਆਵਾਜ਼, ਗਾਇਬ ਹੋਈ ਸੀਡੀ, ਨਾ ਚੱਲਣ ਵਾਲੇ ਟਰੱਕ ਅਤੇ ਹੁਣ ਬੱਚਿਆਂ ਨੂੰ ਕਥਿਤ ਤੌਰ ਤੇ ਵੇਖਣ ਵਾਲੇ ਗਵਾਹ। ਇਹ ਸਾਰੇ ਟੁਕੜੇ ਜਿਵੇਂ ਕਿਸੇ ਵੱਡੀ ਪਹਿਲੀ ਦਾ ਹਿੱਸਾ ਸਨ, ਪਰ ਉਹ ਪਹਿਲੀ ਹਲੇ ਵੀ ਅਧੂਰੀ ਸੀ। ਸਮਾਂ ਲੰਘਦਾ ਗਿਆ, ਪਰ ਸੋਡਰ ਪਰਿਵਾਰ ਨੇ ਆਪਣੇ ਬੱਚਿਆਂ ਦੀ ਮੌਤ ਕਦੇ ਸਵੀਕਾਰ ਨਹੀਂ ਕੀਤੀ। ਉਹ ਸਾਲ ਲੰਘਦੇ ਗਏ, ਪਰ ਜਾਰਜ ਅਤੇ ਜੇਨੀ ਸੋਡਰ ਨੇ ਇੱਕ ਦਿਨ ਲਈ ਵੀ ਆਪਣੇ ਬੱਚਿਆਂ ਦੀ ਤਲਾਸ਼ ਬੰਦ ਨਹੀਂ ਕੀਤੀ। ਜਿੱਥੇ ਲੋਕ ਇਸ ਘਟਨਾ ਨੂੰ ਇੱਕ ਹਾਦਸਾ ਸਮਝ ਕੇ ਭੁੱਲ ਚੁੱਕੇ ਸਨ, ਉੱਥੇ ਸੋਡਰ ਪਰਿਵਾਰ ਨੂੰ ਹਰ ਸਵੇਰ ਇੱਕ ਨਵੀਂ ਉਮੀਦ ਨਾਲ ਸ਼ੁਰੂ ਹੁੰਦੀ ਸੀ। ਜੇਨੀ ਹਰ ਅਖਬਾਰ ਧਿਆਨ ਨਾਲ ਪੜ੍ਹਦੀ। ਜਾਰਜ ਹਰ ਨਵੇਂ ਸੁਰਾਗ ਦੀ ਖੁਦ ਜਾਂਚ ਕਰਦਾ। ਕੋਈ ਵੀ ਫੋਨ ਕਾਲ, ਕੋਈ ਵੀ ਚਿੱਠੀ, ਕੋਈ ਵੀ ਗਵਾਹ ਉਹਨਾਂ ਲਈ ਬੇਹੱਦ ਕੀਮਤੀ ਸੀ। ਇਸ ਦੌਰਾਨ ਜਾਰਜ ਨੇ ਆਪਣੇ ਘਰ ਦੇ ਨੇੜੇ ਇੱਕ ਵੱਡਾ ਬਿਲਬੋਰਡ ਲਗਵਾਇਆ। ਉਸ ਤੇ 5 ਬੱਚਿਆਂ ਦੀਆਂ ਤਸਵੀਰਾਂ ਸਨ। ਹੇਠਾਂ ਇਨਾਮ ਦੀ ਰਕਮ ਲਿਖੀ ਸੀ ਅਤੇ ਇੱਕ ਸੁਨੇਹਾ, ਜੇ ਕਿਸੇ ਕੋਲ ਸਾਡੇ ਬੱਚਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਹਰ ਰੋਜ਼ ਹਜ਼ਾਰਾਂ ਲੋਕ ਉਸ ਸੜਕ ਤੋਂ ਲੰਘਦੇ। ਕੋਈ ਰੁਕ ਕੇ ਤਸਵੀਰਾਂ ਵੇਖਦਾ, ਕੋਈ ਸਿਰਫ ਇੱਕ ਨਜ਼ਰ ਮਾਰ ਕੇ ਅੱਗੇ ਨਿਕਲ ਜਾਂਦਾ। ਪਰ ਜਾਰਜ ਨੂੰ ਯਕੀਨ ਸੀ, ਕਦੇ ਨਾ ਕਦੇ ਕੋਈ ਨਾ ਕੋਈ ਸੱਚ ਜ਼ਰੂਰ ਸਾਹਮਣੇ ਲਿਆਏਗਾ। ਅਤੇ ਫਿਰ ਲਗਭਗ 20 ਸਾਲ ਬਾਅਦ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਸ ਰਹੱਸ ਨੂੰ ਮੁੜ ਜ਼ਿੰਦਾ ਕਰ ਦਿੱਤਾ। ਇੱਕ ਦਿਨ ਸੋਡਰ ਪਰਿਵਾਰ ਦੇ ਘਰ ਡਾਕ ਰਾਹੀਂ ਇੱਕ ਲਿਫਾਫਾ ਆਇਆ। ਉਸ ਤੇ ਭੇਜਣ ਵਾਲੇ ਦਾ ਕੋਈ ਨਾਮ ਨਹੀਂ ਸੀ, ਨਾ ਕੋਈ ਪਤਾ, ਨਾ ਕੋਈ ਸੁਨੇਹਾ, ਸਿਰਫ ਇੱਕ ਫੋਟੋ। ਜੇਨੀ ਨੇ ਕੰਬਦੇ ਹੱਥਾਂ ਨਾਲ ਲਿਫਾਫਾ ਖੋਲ੍ਹਿਆ। ਅੰਦਰ ਇੱਕ ਨੌਜਵਾਨ ਦੀ ਤਸਵੀਰ ਸੀ। ਉਸ ਦੇ ਚਿਹਰੇ ਦੀ ਬਣਤਰ, ਅੱਖਾਂ ਅਤੇ ਮੁਸਕਰਾਹਟ, ਸਭ ਕੁਝ
ਉਸ ਦੇ ਗੁੰਮ ਹੋਏ ਪੁੱਤਰ ਲੂਈਸ ਨਾਲ ਮਿਲਦਾ ਜੁਲਦਾ ਲੱਗ ਰਿਹਾ ਸੀ। ਤਸਵੀਰ ਦੇ ਪਿੱਛੇ ਕੁਝ ਸ਼ਬਦ ਲਿਖੇ ਹੋਏ ਸਨ। ਉਹਨਾਂ ਦਾ ਸਹੀ ਮਤਲਬ ਅੱਜ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਪਰ ਇੱਕ ਗੱਲ ਸਾਫ਼ ਸੀ, ਇਹ ਸੁਨੇਹਾ ਜਿਵੇਂ ਕਿਸੇ ਅਜਿਹੇ ਵਿਅਕਤੀ ਵੱਲ ਇਸ਼ਾਰਾ ਕਰ ਰਿਹਾ ਸੀ ਜੋ ਸ਼ਾਇਦ ਅਜੇ ਵੀ ਜ਼ਿੰਦਾ ਸੀ। ਜਾਰਜ ਨੇ ਤਸਵੀਰ ਨੂੰ ਕਈ ਵਾਰ ਦੇਖਿਆ। ਉਸਨੇ ਪਰਿਵਾਰ ਦੇ ਪੁਰਾਣੇ ਐਲਬਮ ਕੱਢੇ, ਬਚਪਨ ਦੀਆਂ ਤਸਵੀਰਾਂ ਨਾਲ ਤੁਲਨਾ ਕੀਤੀ। ਜਿੰਨਾ ਉਹ ਦੇਖਦਾ ਉਨਾ ਹੀ ਉਸਦਾ ਵਿਸ਼ਵਾਸ ਵੱਧਦਾ ਗਿਆ। ਇਹ ਲੂਈਸ ਹੀ ਹੋ ਸਕਦਾ ਹੈ। ਉਸਨੇ ਨਿੱਜੀ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ, ਫੋਟੋ ਦਾ ਵਿਸ਼ਲੇਸ਼ਣ ਕਰਵਾਇਆ। ਕੁਝ ਲੋਕਾਂ ਦਾ ਮੰਨਣਾ ਸੀ ਕਿ ਦੋਵੇਂ ਚਿਹਰਿਆਂ ਵਿੱਚ ਕਾਫੀ ਸਮਾਨਤਾ ਸੀ, ਪਰ ਕੋਈ ਵੀ ਇਸ ਗੱਲ ਨੂੰ ਪੱਕੇ ਤੌਰ ਤੇ ਸਾਬਤ ਨਹੀਂ ਕਰ ਸਕਿਆ। ਇਹ ਤਸਵੀਰ ਵੀ ਬਾਕੀ ਸਾਰੇ ਸੁਰਾਗਾਂ ਵਾਂਗ ਇੱਕ ਹੋਰ ਅਣਸੁਲਝੀ ਪਹਿਲੀ ਬਣ ਕੇ ਰਹਿ ਗਈ। ਫਿਰ ਵੀ ਸੋਡਰ ਪਰਿਵਾਰ ਨੇ ਉਮੀਦ ਨਹੀਂ ਛੱਡੀ। ਉਹਨਾਂ ਨੇ ਉਹ ਬਿਲਬੋਰਡ ਸਾਲਾਂ ਤੱਕ ਉੱਥੇ ਹੀ ਲੱਗਾ ਰਹਿਣ ਦਿੱਤਾ। ਲੋਕ ਆਉਂਦੇ, ਤਸਵੀਰਾਂ ਵੇਖਦੇ ਅਤੇ ਇੱਕੋ ਸਵਾਲ ਪੁੱਛਦੇ, ਜੇ ਬੱਚੇ ਅੱਗ ਵਿੱਚ ਮਰ ਗਏ ਸਨ ਤਾਂ ਇਹ ਸਾਰੇ ਅਜੀਬ ਸੁਰਾਗ ਕਿਉਂ ਮਿਲਦੇ ਰਹੇ? ਅੱਜ ਵੀ ਇਸ ਸਵਾਲ ਦਾ ਕੋਈ ਪੱਕਾ ਜਵਾਬ ਨਹੀਂ, ਅਤੇ ਸ਼ਾਇਦ ਇਹੀ ਕਾਰਨ ਹੈ ਕਿ ਸੋਡਰ ਬੱਚਿਆਂ ਦਾ ਰਹੱਸ ਅੱਜ ਵੀ ਦੁਨੀਆ ਦੇ ਸਭ ਤੋਂ ਅਜੀਬ ਅਣਸੁਲਝੇ ਮਾਮਲਿਆਂ ਵਿੱਚ ਗਿਣਿਆ ਜਾਂਦਾ ਹੈ। ਸਮਾਂ ਲੰਘਦਾ ਗਿਆ। 1 ਸਾਲ, 5 ਸਾਲ, 10 ਸਾਲ। ਫਿਰ ਵੀ ਜਾਰਜ ਅਤੇ ਜੇਨੀ ਸੋਡਰ ਨੇ ਕਦੇ ਆਪਣੇ ਬੱਚਿਆਂ ਨੂੰ ਮਰਿਆ ਹੋਇਆ ਨਹੀਂ ਮੰਨਿਆ। ਉਹਨਾਂ ਲਈ ਹਰ ਨਵਾਂ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਸੀ। ਪਰ ਇੱਕ ਸਵਾਲ ਅਜੇ ਵੀ ਹਰ ਕਿਸੇ ਦੇ ਮਨ ਵਿੱਚ ਸੀ, ਅਖੀਰ ਉਸ ਰਾਤ ਹੋਇਆ ਕੀ ਸੀ? ਅੱਜ ਇੰਨੇ ਸਾਲਾਂ ਬਾਅਦ ਵੀ ਇਸ ਰਹੱਸ ਬਾਰੇ ਕਈ ਸਿਧਾਂਤ ਮੌਜੂਦ ਹਨ। ਪਹਿਲਾ ਸਿਧਾਂਤ, ਕੀ ਇਹ ਸਿਰਫ ਇੱਕ ਹਾਦਸਾ ਸੀ? ਕੁਝ ਜਾਂਚਕਰਤਾਵਾਂ ਦਾ ਮੰਨਣਾ ਸੀ ਕਿ ਅੱਗ ਇੰਨੀ ਭਿਆਨਕ ਸੀ ਕਿ 5 ਬੱਚੇ ਉਸ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਉਹਨਾਂ ਦੇ ਅਨੁਸਾਰ ਹੜਬੜਾਹਟ, ਧੂਆਂ ਅਤੇ ਤੇਜ਼ ਅੱਗ ਕਾਰਨ ਉਹ ਫਸ ਗਏ ਹੋਣਗੇ। ਪਰ ਇਸ ਸਿਧਾਂਤ ਨਾਲ ਹਰ ਕੋਈ ਸਹਿਮਤ ਨਹੀਂ ਸੀ। ਦੂਜਾ ਸਿਧਾਂਤ, ਕੀ ਬੱਚਿਆਂ ਨੂੰ ਕੋਈ ਲੈ ਗਿਆ ਸੀ? ਸੋਡਰ ਪਰਿਵਾਰ ਦਾ ਵਿਸ਼ਵਾਸ ਸੀ ਕਿ ਇਹ ਸਿਰਫ ਅੱਗ ਦਾ ਹਾਦਸਾ ਨਹੀਂ ਸੀ। ਉਹ ਵਾਰ-ਵਾਰ ਉਹੀ ਸਵਾਲ ਪੁੱਛਦੇ ਰਹੇ, ਗਲਤ ਨੰਬਰ ਵਾਲੀ ਫੋਨ ਕਾਲ ਕਿਉਂ ਆਈ? ਛੱਤ ਤੇ ਡਿੱਗਣ ਵਰਗੀ ਆਵਾਜ਼ ਕਿਸ ਚੀਜ਼ ਦੀ ਸੀ? ਸੀੜੀ ਆਪਣੀ ਜਗ੍ਹਾ ਤੋਂ ਕਿਵੇਂ ਗਾਇਬ ਹੋ ਗਈ? ਦੋਵੇਂ ਟਰੱਕ ਇੱਕੋ ਸਮੇਂ ਕਿਉਂ ਨਾ ਚਲੇ? ਅਤੇ ਅੱਗ ਤੋਂ ਬਾਅਦ ਕਈ ਲੋਕਾਂ ਨੇ ਬੱਚਿਆਂ ਵਰਗੇ ਬੱਚੇ ਵੇਖਣ ਦੇ ਦਾਅਵੇ ਕਿਉਂ ਕੀਤੇ? ਇਹਨਾਂ ਸਵਾਲਾਂ ਦਾ ਕੋਈ ਪੱਕਾ ਜਵਾਬ ਕਦੇ ਨਹੀਂ ਮਿਲਿਆ। ਇਸੇ ਲਈ ਅਗਵਾ ਹੋਣ ਦੀ ਸੰਭਾਵਨਾ ਵੀ ਸਾਲਾਂ ਤੱਕ ਚਰਚਾ ਵਿੱਚ ਰਹੀ, ਪਰ ਇਸ ਦਾ ਵੀ ਕੋਈ ਨਿਰਣਾਇਕ ਸਬੂਤ ਕਦੇ ਸਾਹਮਣੇ ਨਹੀਂ ਆਇਆ। ਰਹੱਸ ਅੱਜ ਵੀ ਜ਼ਿੰਦਾ ਹੈ। ਜਾਰਜ ਸੋਡਰ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਤਲਾਸ਼ ਵਿੱਚ ਬਿਤਾਇਆ। ਜੇਨੀ ਨੇ ਵੀ ਆਖਰੀ ਸਾਹ ਤੱਕ ਉਮੀਦ ਨਹੀਂ ਛੱਡੀ। ਉਹਨਾਂ ਦਾ ਲਗਾਇਆ ਹੋਇਆ ਬਿਲਬੋਰਡ ਕਈ ਸਾਲਾਂ ਤੱਕ ਸੜਕ ਦੇ ਕਿਨਾਰੇ ਖੜਾ ਰਿਹਾ, ਜਿਵੇਂ ਹਰ ਲੰਘਦੇ ਇਨਸਾਨ ਤੋਂ ਇੱਕੋ ਸਵਾਲ ਪੁੱਛ ਰਿਹਾ ਹੋਵੇ, ਕੀ ਤੁਸੀਂ ਇਹਨਾਂ ਬੱਚਿਆਂ ਨੂੰ ਕਿਤੇ ਵੇਖਿਆ? ਸਾਲ ਬੀਤਦੇ ਗਏ, ਗਵਾਹ ਆਏ, ਕੁਝ ਸੁਰਾਗ ਮਿਲੇ, ਕੁਝ ਚਿੱਠੀਆਂ ਆਈਆਂ, ਪਰ ਕੋਈ ਵੀ ਸੁਰਾਗ ਇਸ ਰਹੱਸ ਨੂੰ ਪੂਰੀ ਤਰ੍ਹਾਂ ਸੁਲਝਾ ਨਾ ਸਕਿਆ। ਅੱਜ ਵੀ ਅਮਰੀਕਾ ਦੇ ਸਭ ਤੋਂ ਅਜੀਬ ਅਣਸੁਲਝੇ ਮਾਮਲਿਆਂ ਦੀ ਸੂਚੀ ਵਿੱਚ ਸੋਡਰ ਬੱਚਿਆਂ ਦਾ ਰਹੱਸ ਸਭ ਤੋਂ ਉੱਪਰ ਗਿਣਿਆ ਜਾਂਦਾ ਹੈ। ਅੰਤਿਮ ਵਿਚਾਰ ਕਈ ਵਾਰ ਕਿਸੇ ਕਹਾਣੀ ਦਾ ਸਭ ਤੋਂ ਡਰਾਉਣਾ ਹਿੱਸਾ ਉਸ ਦਾ ਜਵਾਬ ਨਹੀਂ ਹੁੰਦਾ, ਸਗੋਂ ਉਹ ਸਵਾਲ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਕਦੇ ਨਹੀਂ ਮਿਲਦਾ। ਸ਼ਾਇਦ ਉਸ ਰਾਤ ਸੱਚਮੁੱਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ, ਜਾਂ ਸ਼ਾਇਦ ਉਸ ਰਾਤ 5 ਮਾਸੂਮ ਬੱਚਿਆਂ ਦੀ ਕਿਸਮਤ ਕਿਸੇ ਹੋਰ ਪਾਸੇ ਮੁੜ ਗਈ ਸੀ। ਅਸੀਂ ਸ਼ਾਇਦ ਕਦੇ ਨਾ ਜਾਣ ਸਕੀਏ, ਪਰ ਇੱਕ ਗੱਲ ਪੱਕੀ ਹੈ, ਉਸ ਕ੍ਰਿਸਮਸ ਦੀ ਰਾਤ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ। ਤੁਹਾਡੇ ਮੁਤਾਬਕ ਕੀ ਹੋਇਆ ਸੀ? ਕਿ 5 ਬੱਚੇ ਅੱਗ ਵਿੱਚ ਮਾਰੇ ਗਏ ਸਨ, ਜਾਂ ਫਿਰ ਉਹ ਸੱਚਮੁੱਚ ਉਸ ਰਾਤ ਗਾਇਬ ਕਰ ਦਿੱਤੇ ਗਏ ਸਨ? ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸੋ। ਜੇ ਤੁਹਾਨੂੰ ਅਜਿਹੀਆਂ ਸੱਚੀਆਂ, ਰਹੱਸਮਈ ਅਤੇ ਅਣਸੁਲਝੀਆਂ ਕਹਾਣੀਆਂ ਪਸੰਦ ਹਨ ਤਾਂ ਰਹੱਸਨਾਮਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਕਿਉਂਕਿ ਅਗਲੀ ਕਹਾਣੀ ਸ਼ਾਇਦ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਰਹੱਸਮਈ ਹੋਵੇ।